ਤੇਜ਼ ਮੀਂਹ ਤੇ ਹਨੇਰੀ ਜਿਹੜੀ ਆ, ਜਿੱਦਾਂ ਹਨੇਰੀ ਕਹਿੰਦੀ ਵੀ ਮੈਂ ਦੱਸਦੀ ਅੱਜ ਕੌਣ ਆ, ਐਡੀ ਤੇਜ਼ ਹਨੇਰੀ ਆ। ਵੱਖਰੀ ਚੀਜ਼ ਤੁਸੀਂ ਇਹ ਤਾਂ ਮੰਗ ਨਹੀਂ ਦੇ ਵੀ ਚੰਨ ਤੁਹਾਡੇ ਤੋੜ ਕੇ ਲਿਆ ਦਿਓ, ਮੰਗ ਤੇ ਬਾਰਦਾਨਾ ਹੀ ਰਹੇ ਹੋਣਾ। ਕੀ ਕਾਰਨ ਆ ਬਾਰਦਾਨਾ ਕਿਉਂ ਨਹੀਂ ਮਿਲਦਾ? ਬਾਰਦਾਨਾ ਹੀ ਪਤਾ ਨਹੀਂ ਕਿਉਂ ਨਹੀਂ ਆ ਰਿਹਾ, ਪਿੱਛੋਂ ਕੀ ਕਾਰਨ ਹੈਗਾ ਜੀ। 5-5 ਦਿਨ ਹੋ ਗਏ ਧੱਕੇ ਖਾਈ ਜਾਂਦੇ ਗੜੋਨਾ 'ਚ ਜਾ ਕੇ ਜੀ। ਕਦੇ ਕਹਿੰਦੇ ਅੱਜ ਆ ਜਾਂਦਾ, ਕੱਲ੍ਹ ਆ ਜਾਂਦਾ ਜੀ। ਬਾਹਰ ਰੋਜ਼ ਜਾ ਕੇ ਚੋਰੀ ਬਹੁਤ ਹੁੰਦੀ ਜੀ। ਠੀਕ ਹੈ ਜੀ, ਇੱਥੇ ਕੋਈ ਮੁਲਾਜ਼ਮ ਨਹੀਂ ਆਉਂਦਾ ਜੀ। ਰਾਤ ਨੂੰ ਗੱਡੀਆਂ ਆਉਂਦੀਆਂ ਹੈਗੀਆਂ ਤੇ ਸਾਰੀ ਰਾਤ ਅਸੀਂ ਜਾਗ ਕੇ ਕੱਢਦੇ ਹੈਗੇ ਜੀ। ਉਹ 5 ਦਿਨ ਹੋ ਗਏ ਢੇਰੀਆਂ ਨੂੰ ਪੱਖਾ ਲਾ ਕੇ ਰੱਖਿਆ ਹੋਇਆ ਜੀ, ਹਜੇ ਤੱਕ ਕੋਈ ਬਾਰਦਾਨਾ ਨਹੀਂ ਮਿਲਦਾ ਪਿਆ। ਲੇਬਰ ਸਾਨੂੰ ਕਹਿੰਦੀ ਸਾਨੂੰ ਕੋਈ ਦਿਹਾੜੀ ਨਹੀਂ ਪੈ ਰਹੀ ਤੇ ਇੱਕ ਉੱਧਰੋਂ ਬਿਮਾਰੀ ਸ਼ੁਰੂ ਹੋਈ ਪਈ ਹੈ। ਕੋਈ ਵਾਲੀਵਾਰਸ ਨਹੀਂ, ਨਾ ਕੋਈ ਸਰਕਾਰ ਨਾ ਕੋਈ ਆੜ੍ਹਤੀ। ਤੇ ਕੋਈ ਮੁੱਲ ਲੈ ਕੇ ਬਾਰਦਾਨਾ, ਜਿਵੇਂ ਕੋਈ ਢੇਰੀ ਨੱਕੀ ਕਰਨ ਦਾ ਮਾਰਾ ਕੋਈ ਕਿਵੇਂ ਨਾ ਕਿਵੇਂ ਆਪਦਾ ਕੋਈ 35-35 ਰੁਪਏ ਦਾ ਇੱਕ ਗੱਟਾ ਮਿਲ ਰਿਹਾ, ਜਿਹੜੇ ਕਿ ਹੁਣ ਚੱਕ ਕੇ ਆਪਦੇ ਪੱਲਿਓਂ ਲਾ ਰਹੇ ਆ ਜੀ। ਹਾਂਜੀ, ਤੁਸੀਂ ਦੇਖ ਰਹੇ ਹੋ KTV ਗਲੋਬਲ। ਪੰਜਾਬ ਦਾ ਕਿਸਾਨ ਜਿਹੜਾ ਸਦਾ ਹੀ ਵਿਪਤਾ ਦੇ ਵਿੱਚ ਰਹਿੰਦਾ ਹੈ। ਪੰਜਾਬ ਦੀ ਮਿਹਨਤ ਕਰਨ ਵਾਲੀ ਜਿਹੜੀ ਕਿਸਮ ਹੈ, ਪੰਜਾਬ ਦੇ ਮਿਹਨਤ ਕਰਨ ਵਾਲੇ ਜਿਹੜੇ ਲੋਕ ਹੈ, ਮਿਹਨਤੀ ਲੋਕ ਹੈ, ਉਹ ਸਦਾ ਹੀ ਜਿਹੜਾ ਕਿਸੇ ਨਾ ਕਿਸੇ ਜਿਹੜਾ ਮੁਸ਼ਕਿਲ ਦੇ ਨਾਲ ਜੂਝਦੇ ਰਹਿੰਦੇ ਆ। ਇਸ ਵਕਤ ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਕਿ ਆਪਦਾ ਡਰ ਪੈਦਾ ਕੀਤਾ ਹੋਇਆ, ਪਰ ਪੰਜਾਬ ਦੇ ਵਿੱਚ ਇੱਕ ਵੱਡਾ ਡਰ ਜਿਹੜਾ ਨਾਲ ਹੋਰ ਅੰਨਦਾਤੇ ਵਾਸਤੇ ਆ। ਉਹ ਅੰਨਦਾਤਾ ਜਿਹੜੀ ਪੂਰੀ ਦੁਨੀਆ ਦਾ ਢਿੱਡ ਭਰ ਸਕਦਾ ਹੈ। ਪੰਜਾਬ ਦਾ ਕਿਸਾਨ, ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਭਾਰਤ ਦਾ, ਪੂਰੇ ਦੇਸ਼ ਦਾ ਜਿਹੜਾ ਢਿੱਡ ਭਰਦਾ ਹੈ। ਪਰ ਕਿਸਾਨ ਦੀ ਹਾਲਤ ਕੀ ਹੈ? ਅੱਜ ਅਸੀਂ ਗਰਾਊਂਡ ਜ਼ੀਰੋ ਤੇ ਪਹੁੰਚੇ ਹਾਂ। ਮੁਕਤਸਰ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਨੇ? ਲੋਕਡਾਊਨ ਹੋਏ ਨੂੰ ਬੇਸ਼ੱਕ 1 ਮਹੀਨੇ ਤੋਂ ਉੱਤੇ ਹੋ ਚੁੱਕਿਆ ਹੈ, ਪਰ ਸਰਕਾਰ ਨੇ ਮੰਡੀਆਂ ਖੋਲ੍ਹਣ ਦਾ ਐਲਾਨ ਕੀਤਾ ਸੀ ਕਿਉਂਕਿ ਕਣਕ ਸੀ ਜਿਹੜੀ ਉਹ ਪੱਕ ਚੁੱਕੀ ਸੀ। ਪਰ ਉਸ ਤੋਂ ਬਾਅਦ ਸਰਕਾਰ ਦੇ ਜਿਹੜੇ ਕਿ ਪ੍ਰਬੰਧਾਂ ਦਾ ਜਿਹੜਾ ਜਲੂਸ ਨਿਕਲ ਚੁੱਕਿਆ, ਪੰਜਾਬੀ 'ਚ ਅਸੀਂ ਕਹੀਏ ਸਪਸ਼ਟ ਤੌਰ ਤੇ ਕਣਕ ਦੀਆਂ ਢੇਰੀਆਂ ਲੱਗੀਆਂ ਹੋਈਆਂ ਨੇ। ਕਿਤੇ ਕਣਕ ਗੱਟਿਆਂ 'ਚ ਪਾਈ ਜਾ ਰਹੀ ਹੈ, ਬੋਰੀਆਂ 'ਚ ਪਾਈ ਜਾ ਰਹੀ ਹੈ, ਕਿਤੇ ਬੋਰੀਆਂ ਦੀ ਕਮੀ ਹੈ, ਕਿਤੇ ਆੜ੍ਹਤੀਆ ਰੋ ਰਿਹਾ, ਕਿਤੇ ਕਿਸਾਨ ਰੋ ਰਿਹਾ। ਜੇ ਚੁੱਪ ਕਰਕੇ ਬੇਪਰਵਾਹ ਹੋ ਕੇ, ਲਾਪਰਵਾਹ ਹੋ ਕੇ ਮਜ਼ੇ ਲੈ ਰਿਹਾ ਤਾਂ ਉਹ ਕੇਵਲ ਤੇ ਕੇਵਲ ਪੰਜਾਬ ਦਾ ਸ਼ਾਸਕ ਕਿਹਾ ਜਾ ਸਕਦਾ ਹੈ। ਮੇਰੇ ਨਾਲ ਕੁਝ ਕਿਸਾਨ ਮੌਜੂਦ ਨੇ ਜਿਨ੍ਹਾਂ ਨੂੰ ਅਸੀਂ ਇਹਨਾਂ ਕਣਕ ਦੀਆਂ ਢੇਰੀਆਂ ਤੋਂ ਉਠਾ ਕੇ ਲੈ ਕੇ ਆਏ ਹਾਂ। ਬਹੁਤ ਜ਼ਬਰਦਸਤ ਮੀਂਹ ਤੇ ਤੇਜ਼ ਜਿਹੜਾ ਝੱਖੜ ਆ ਉਹ ਜਿਹੜਾ ਇਸ ਵਕਤ ਮੰਡੀ ਦੇ ਵਿੱਚ ਹੈਗਾ। ਅਸੀਂ ਕਿਸੇ ਸੱਜਣ ਦੀ ਦੁਕਾਨ ਦੇ ਬਾਹਰ ਖਲੋ ਕੇ ਗੱਲਬਾਤ ਕਰ ਰਹੇ ਹਾਂ। ਹਾਲਾਤ ਜਿਹੜੇ ਆ ਉਹ ਤੁਸੀਂ ਆਪ ਸੋਚ ਸਕਦੇ ਹੋ। ਸੋਨੇ ਵਰਗੀ ਜਿਹੜੀ ਪੱਕੀ ਹੋਈ ਕਣਕ ਆ, ਉਹਨੂੰ ਤੇਜ਼ ਮੀਂਹ ਜਿਹੜਾ ਕਿਸ ਪਾਸੇ ਦਾ ਛੱਡੇਗਾ? ਕਿਸਾਨ ਦੀ ਜ਼ਿੰਮੇਵਾਰੀ ਕੀ ਬਣਦੀ ਹੈ? ਸਰਕਾਰ ਦੀ ਜ਼ਿੰਮੇਵਾਰੀ ਕੀ ਬਣਦੀ ਹੈ? ਆੜ੍ਹਤੀਏ ਦੀ ਜ਼ਿੰਮੇਵਾਰੀ ਕੀ ਬਣਦੀ ਹੈ? ਜਿਹੜੇ ਹਾਲਾਤ ਬਣੇ ਨੇ ਉਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ? ਘਾਟਾ ਕੌਣ ਚੱਲੇਗਾ? ਅਸੀਂ ਗੱਲਬਾਤ ਕਰਾਂਗੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਰਾਜ ਸਿੰਘ। ਕਿੱਥੋਂ ਆਏ ਹੋ ਜੀ? ਪੰਗਚੜੀ ਪਿੰਡ ਤੋਂ। ਰਾਜ ਸਿੰਘ ਜੀ, ਭੰਗਚੜੀ ਮੁਕਤਸਰ ਸਾਹਿਬ ਦਾ ਲਾਗਲਾ ਹੀ ਪਿੰਡ ਆ ਜੀ। ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਕਣਕ ਲੈ ਕੇ ਆਇਆ ਨੂੰ? 4 ਦਿਨ ਹੋ ਗਏ। 4 ਦਿਨ ਹੋ ਗਏ ਆ ਜੀ। ਤਾਂ ਟੋਕਨ ਸਿਸਟਮ ਸਰਕਾਰ ਨੇ ਸ਼ੁਰੂ ਕੀਤਾ ਸੀ। 4 ਦਿਨ ਹੋ ਗਏ, ਤੁਹਾਡੀ ਵਾਰੀ ਟੋਕਨ ਜਰੀਏ ਆਈ ਸੀ? ਟੋਕਨ ਜਰੀਏ ਆਈ ਸੀ ਪਰ ਤੁਲੀ ਨਹੀਂ, 3-4 ਬਾਰਦਾਨੇ ਕਮੀ ਰਹੀ ਹੈ। ਬਾਰਦਾਨੇ ਦੀ ਕਮੀ ਰਹਿ ਗਈ। 4 ਦਿਨ ਹੋ ਗਏ ਆ। ਜਿਹੜੀ ਸਰਕਾਰ ਕਹਿੰਦੀ ਸੀ, ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਕਹਿੰਦੀਆਂ ਸੀ ਵੀ ਇੱਕ ਕਣਕ ਇੱਕ ਕਿਸਾਨ ਜਿਹੜਾ ਇੱਕ ਟਰਾਲੀ ਲੈ ਕੇ ਆਊਗਾ ਤੇ ਸ਼ਾਮ ਨੂੰ ਜਿਹੜਾ ਮੰਡੀਆਂ ਦੇ ਵਿੱਚ ਜਿਹੜੀ ਉਹ ਵੇਲ ਹੋ ਜੂਗੀ। 4 ਦਿਨ ਹੋ ਗਏ ਇਸ ਕਿਸਾਨ ਨੂੰ ਮੰਡੀ ਦੇ ਵਿੱਚ, ਤਾਂ ਕੀ ਕਹਿੰਦੇ ਨੇ ਆੜ੍ਹਤੀਏ? ਕੀ ਕਹਿੰਦੇ? ਬਾਰਦਾਨਾ ਨਹੀਂ ਪਿੱਛੋਂ ਪਹੁੰਚ ਰਿਹਾ? ਬਾਰਦਾਨੇ ਦੀ ਕਮੀ ਹੈ। ਬਾਰਦਾਨੇ ਦੀ ਕਮੀ ਹੈ। ਤਾਂ ਤੁਹਾਨੂੰ ਕੀ ਲੱਗਦਾ ਨੁਕਸਾਨ ਵਾਸਤੇ ਜ਼ਿੰਮੇਵਾਰ ਕੌਣ ਹੈ? ਕਣਕ ਭੇਜ ਜਾਊਗੀ, ਤੁਹਾਡੀ ਵੀ ਸਿਰਦਰਦੀ ਹੈ, ਤੁਸੀਂ ਵੀ ਇੱਥੇ ਦਿਨ ਰਾਤ ਬੈਠੇ ਹੋਏ ਹੋ, ਬਿਮਾਰੀ ਦਾ ਵੀ ਖਤਰਾ ਸਿਰ ਤੇ ਹੈ, ਨਾਲ ਜਿਹੜੀ ਪੂਰੇ 6 ਮਹੀਨੇ ਲਾ ਕੇ ਪੁੱਤਾਂ ਵਾਂਗੂ ਪਾਲੀ ਫਸਲ ਆ ਉਹ ਵੀ ਸਿਰ ਤੇ ਜਿਹੜੀ ਬਰਬਾਦ ਹੋਣ ਕਿਨਾਰੇ। ਕੀ ਕਹਿੰਦੇ ਤੁਸੀਂ? ਕਹਿਣਾ ਕਿ 4 ਦਿਨ ਹੋਰ ਲੱਗ ਜਾਣ, ਕਮੀ ਆ ਗਿਆ। ਇਹੋ ਹੀ ਕਹਿਣਾ, ਦੁੱਖ ਹੀ ਹੋ ਰਿਹਾ, ਸੁੱਖ ਰਿਹਾ। ਸਾਰੇ ਦੁੱਖ ਹੀ ਦੁੱਖ ਹੈ। ਸਰਕਾਰ ਕੁਝ ਕਰ ਨਹੀਂ ਰਹੀ। ਇੰਸਪੈਕਟਰ ਪੈਸੇ ਮੰਗੀ ਜਾਂਦੇ, ਸਾਫ਼ ਗੱਲ ਹੈ। ਬਾਰਦਾਨਾ ਆ ਨਹੀਂ ਰਿਹਾ। ਕਿਹੜੀ ਗੱਲ ਦੇ ਪੈਸੇ? ਕਿਹੜੀ ਗੱਲ ਦੇ ਮੰਗੇ ਜਾ ਰਹੇ? ਪੈਸੇ ਬਾਰਦਾਨਾ ਪੈਸੇ ਖਾਤਰੀਆਂ ਦੂਜੀਆਂ ਕਿਹਨਾਂ ਦੀ ਕੋਈ ਤੁਰਿਆ ਹੁੰਦਾ, ਉਸ ਪਾਸੇ ਬਾਰਦਾਨਾ ਤੁਰਿਆ ਇੱਧਰ ਨਹੀਂ ਹੁੰਦਾ ਇਸ ਵਾਰੀ ਤੇ। ਇਹ ਵੀ ਇੱਕ ਵੱਡਾ ਦੇਖੋ ਬੜੀ ਸ਼ਰਮ ਵਾਲੀ ਗੱਲ ਹੈ। ਇਹ ਬਾਰਦਾਨੇ ਵਾਸਤੇ ਵੀ ਜਿਹੜਾ ਇਸ ਪੱਧਰ ਤੇ ਵੀ ਜਿਹੜੀ ਰਿਸ਼ਵਤ ਚੱਲ ਰਹੀ ਹੈ, ਬੜੀ ਸ਼ਰਮਨਾਕ ਗੱਲ ਹੈ। ਇੱਕ ਪਾਸੇ ਸਰਕਾਰ ਦੇ ਵੱਡੇ ਵੱਡੇ ਦਾਅਵੇ ਹੈ ਕਿ ਅਸੀਂ ਲੋਕਾਂ ਵਾਸਤੇ ਇਹ ਕਰਤਾ ਉਹ ਕਰਤਾ, ਪਰ ਕੀਤਾ ਕੀ ਹੈ? ਜ਼ਮੀਨੀ ਹਕੀਕਤ ਹੈ। ਤੁਸੀਂ ਦੇਖੋ ਤੇਜ਼ ਮੀਂਹ ਹੈ ਇਸ ਵਕਤ, ਮੰਡੀ ਦੇ ਹਾਲਾਤ ਜਿਹੜੇ ਆ, ਜਿਹੜੇ ਗੱਟੇ ਭਰੇ ਪਏ ਆ, ਬੋਰੀਆਂ ਭਰੀਆਂ ਪਈਆਂ, ਕਿਤੇ ਕਣਕ ਦੇ ਢੇਰ ਲੱਗੇ ਆ। ਸਾਰੀ ਦੀ ਸਾਰੀ ਜਿਹੜੀ ਕਣਕ ਆ ਉਹ ਭਿੱਜ ਚੁੱਕੀ ਹੈ। ਕਿਸਾਨਾਂ ਦਾ ਕਹਿਣਾ ਵੀ ਬਾਰਦਾਨਾ ਨਹੀਂ ਮਿਲ ਰਿਹਾ। 4 ਦਿਨ ਹੋ ਗਏ ਆ ਮੰਡੀ ਦੇ ਵਿੱਚ ਢੇਰ ਤੇ ਬੈਠਿਆਂ ਨੂੰ ਜੀ। ਇਸ ਬਾਈ ਤੇ ਬਾਰਦਾਨਾ ਆਉਂਦਾ ਹੀ ਨਹੀਂ ਯਾਰ। ਇਸ ਪਾਸੇ ਬਾਰਦਾਨਾ ਨਹੀਂ ਆ ਰਿਹਾ। ਕਿਸੇ ਪਾਸੇ ਜਿਹੜਾ ਬਾਰਦਾਨਾ ਮੰਡੀ ਦੇ ਕਿਸੇ ਪਾਸਿਆਂ ਦੇ ਵਿੱਚ ਬਾਰਦਾਨਾ ਆ ਰਿਹਾ, ਸਿਆਸੀ ਪਹੁੰਚ ਹੈ ਜਾਂ ਜਿਹੜਾ ਜਿੱਦਾਂ ਇਹਨਾਂ ਨੇ ਕਿਹਾ ਵੀ ਪੈਸੇ ਮੰਗਦੇ ਆ, ਕੁਝ ਰਿਸ਼ਵਤਖੋਰੀ ਹੈ, ਕਾਰਨ ਕੀ ਹੈ? ਬਹੁਤ ਸਾਰੇ ਸਵਾਲ ਨੇ। ਅਸੀਂ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਬਾਈ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਪਰਮਦੀਪ ਸਿੰਘ ਜੀ। ਕਿਹੜਾ ਪਿੰਡ ਹੈ ਜੀ? ਪੰਗਚੜੀ ਜੀ। ਪੰਗਚੜੀ ਆ ਜੀ। ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਮੰਡੀ 'ਚ ਬੈਠੇ ਨੂੰ? ਕਣਕ ਤਾਂ ਤੁਲ ਗਈ ਹੈ ਜੀ, ਪਰ ਹੁਣ ਜਿਹੜੀ ਸਮੱਸਿਆ ਹੈਗੀ ਹੈ ਲਿਫਟਿੰਗ ਦੀ ਕਾਫੀ ਆ ਰਹੀ ਹੈ ਸਾਨੂੰ ਜੀ।
ਕੋਈ ਮੰਡੀਆਂ ਹੁਣ ਆੜਤੀਆਂ ਨੇ ਕਹਿਤਾ ਵੀ ਹੋਰ ਮਾਲ ਨਾਲ ਲੈ ਕੇ ਆਓ, ਕਿਉਂਕਿ ਜਗ੍ਹਾ ਇੱਕ ਤਾਂ ਭਰਨ ਨੂੰ ਬਾਰਦਾਨਾ ਹੈ ਨਹੀਂ ਜੀ, ਤੇ ਲਾਉਣ ਨੂੰ ਜਗ੍ਹਾ ਵੀ ਹੈ ਨਹੀਂ। ਤੇ ਸਾਨੂੰ ਜਿਹੜਾ ਸਾਰਾ ਮਾਲ ਘਰਾਂ 'ਚ ਬਹੁਤ ਪਿਆ ਹੈਗਾ, ਜੇ ਮੰਡੀ 'ਚ ਬਾਰਦਾਨਾ ਤੇ ਜਾਂ ਜਗ੍ਹਾ ਦੀ ਹੋਊਗਾ ਤੇ ਫੇਰ ਹੀ ਅਸੀਂ ਲੈ ਕੇ ਆਵਾਂਗੇ, ਨਹੀਂ ਤਾਂ ਉਹਨਾਂ 'ਚ ਸਾਡੀ ਕਣਕ ਇੱਥੇ ਨਹੀਂ ਭੇਜੂਗੀ ਤਾਂ ਘਰੇ ਭੇਜੂਗੀ ਜੀ, ਕਿਉਂਕਿ ਸਾਡੇ ਕੋਲੇ ਘਰੇ ਵੀ ਰੱਖਣ ਨੂੰ ਜਗ੍ਹਾ ਹੈ ਨਹੀਂ ਗੀ ਜੀ। ਉਹ ਕਿਸੇ ਨੇ ਆਪਦੇ ਕਿਤੇ ਬਾਹਰ ਲਾਈ ਆ, ਕਿਤੇ ਕਿਸੇ ਜਿੱਥੇ ਟਰਾਲੀ ਪਹੁੰਚਦੀ ਉੱਥੋਂ ਤੱਕ ਲਾਈ ਆ, ਪਰ ਨਾ ਤਾਂ ਅਸੀਂ ਮੰਡੀ ਲਿਆ ਸਕਦੇ ਆ, ਸਾਡੀ ਇੱਥੇ ਨਾ ਭੇਜੀ ਤਾਂ ਘਰੇ ਭੇਜ ਜਾਣੀ ਹੈ ਜੀ। ਨੁਕਸਾਨ ਸਾਡਾ ਇੱਥੇ ਵੀ ਹੋਣਾ, ਉੱਥੇ ਵੀ ਹੋ ਰਿਹਾ ਜੀ। ਇਹ ਬਿਲਕੁਲ ਬੜੀ ਦੁਚਿੱਤੀ ਵਾਲੀ ਗੱਲ ਆ। ਸਰਕਾਰ ਕਹਿੰਦੀ ਸੀ ਵੀ ਟੋਕਨ ਸਿਸਟਮ ਰਾਹੀਂ ਤੁਸੀਂ ਕਣਕ ਲੈ ਕੇ ਆਉਣੀ ਆ, ਕਣਕ ਘਰੇ ਕਰ ਲਓ, ਸਾਂਭ ਕੇ ਰੱਖੋ। ਹੁਣ ਕਣਕ ਆ ਕੋਈ ਇਹ ਨਿੱਕੀ ਜੇਬ 'ਚ ਪਾਉਣ ਵਾਲੀ ਚੀਜ਼ ਤਾਂ ਹੈ ਨਹੀਂ ਵੀ ਸਿਰਹਾਣੇ ਥੱਲੇ ਦੇ ਲਾਂਗੇ ਤੇ ਮਈ ਆਊਗੀ ਜੂਨ ਆਊਗੀ ਤੇ ਵੇਚ ਦਾਂਗੇ ਮਹਿੰਗੇ ਭਾਅ। ਕਿੱਥੇ ਰੱਖਣਗੇ ਕਿਸਾਨ ਕਣਕ? ਆਖਰ ਰੁੱਤ ਦੀ ਜਿਹੜੀ ਬੇਈਮਾਨੀ ਆ, ਉਨ ਤੋਂ ਖਤਰਨਾਕ ਬੇਈਮਾਨੀ ਸਰਕਾਰਾਂ ਦੀ ਆ, ਸਰਕਾਰ ਦੀਆਂ ਪਾਲਿਸੀਆਂ ਦੀ ਆ। ਬਾਰਦਾਨਾ ਨਹੀਂ ਆ ਰਿਹਾ, ਬਾਰਦਾਨਾ ਮਿਲ ਗਿਆ, ਲੇਬਰ ਨਹੀਂ ਮਿਲਦੀ, ਲੇਬਰ ਮਿਲ ਗਈ ਤਾਂ ਗਾਂ ਜਿਹੜੀ ਲਿਫਟਿੰਗ ਆ ਜਿੱਥੇ ਲਾਉਣੀ ਆ ਕਣਕ, ਉੱਥੋਂ ਵਾਲੀ ਲੇਬਰ ਆ ਜਿਹੜੀ ਕਿਤੇ ਹੋਰ ਕੋਈ ਸਪੈਸ਼ਲ ਤੇ ਭੇਜਤੀ ਹੈ, ਕੋਈ ਹੋਰ ਰੇ ਸਪਰੇ ਤੇ ਕਿਤੇ ਯੂਰੀਆ ਤੇ ਭੇਜਤੀ ਆ। ਬਹੁਤ ਸਾਰੇ ਕਾਰਨ ਨੇ। ਤਾਂ ਤੁਹਾਨੂੰ ਕੀ ਲੱਗਦਾ ਜਿਹੜਾ ਨੁਕਸਾਨ ਹੋ ਰਿਹਾ ਤੁਹਾਡਾ, ਤੁਸੀਂ ਇੱਥੇ ਬੈਠੇ ਹੋ, ਕੋਈ ਸੋਸ਼ਲ ਡਿਸਟੈਂਸ ਨਹੀਂਗਾ, ਕੋਈ ਸੇਫਟੀ ਵੀ ਨਹੀਂਗੀ, ਪਰ ਸ਼ਰਮਨਾਕ ਗੱਲ ਆ ਵੀ ਇੱਥੇ ਰਿਸ਼ਵਤਖੋਰੀ ਚੱਲ ਰਹੀ ਆ, ਉਹ ਬਾਰਦਾਨੇ ਵਾਸਤੇ ਚੱਲ ਰਹੀ ਆ। ਉਹਦੇ ਬਾਰੇ ਤੁਹਾਨੂੰ ਕੀ ਲੱਗਦਾ? ਸਰ ਜੋ ਜਿਵੇਂ ਹੁਣ ਬਾਰਦਾਨਾ ਕਿਸੇ ਫੋਕਲ ਪੁਆਇੰਟ ਤੇ ਪਰਸੋਂ ਤੋਂ ਸਾਰੇ ਫੋਕਲ ਪੁਆਇੰਟ ਸਾਰੇ ਡਰਾਈ ਆ, ਜਿੰਨੇ ਫੋਕਲ ਪੁਆਇੰਟ ਆਸੇ-ਪਾਸੇ ਹੈਗੇ ਤੁਸੀਂ ਫੋਕਲ ਪੁਆਇੰਟ ਜਾ ਕੇ ਪਤਾ ਕਰ ਸਕਦੇ ਹੋ। ਪਰਸੋਂ ਤੋਂ ਕੋਈ ਗੱਡੀ ਨਹੀਂ ਪਹੁੰਚ ਰਹੀ ਜੀ, ਕੋਈ ਨਾ ਤਾਂ ਲਿਫਟਿੰਗ ਹੋ ਰਹੀ ਆ ਨਾ ਹੀ ਬਾਰਦਾਨਾ ਜੀ। ਕੋਈ ਆੜਤੀ ਆਪਦੇ ਤੇ ਕੋਈ ਮੁੱਲ ਲੈ ਕੇ ਬਾਰਦਾਨਾ, ਜਿਵੇਂ ਕੋਈ ਢੇਰੀ ਨੱਕੀ ਕਰਨ ਦਾ ਮਾਰਾ ਕੋਈ ਕਿਵੇਂ ਨਾ ਕਿਵੇਂ ਆਪਦਾ ਕੋਈ 35-35 ਰੁਪਏ ਦਾ ਇੱਕ ਗੱਟਾ ਮਿਲ ਰਿਹਾ, ਜਿਹੜੇ ਕਿ ਹੁਣ ਚੱਕ ਕੇ ਆਪਦੇ ਪੱਲਿਓਂ ਲਾ ਰਹੇ ਆ ਜੀ। ਸਰਕਾਰ ਨੇ ਕਹਿ ਦਿੱਤਾ ਵੀ ਤੁਸੀਂ ਬਾਰਦਾਨਾ ਜਿਹੜਾ ਆੜਤੀਆਂ ਨੂੰ, ਇਹ ਵੀ ਗੱਲ ਅਸੀਂ ਵੀ ਸਪਸ਼ਟ ਜਿਹੜੀ ਕੀਤੀ ਹੈ ਕਿਸੇ ਆੜਤੀ ਸੱਜਣ ਨਾਲ ਗੱਲਬਾਤ ਕਰਕੇ, ਆੜਤੀਆਂ ਨੂੰ ਕਿਹਾ ਗਿਆ ਵੀ ਤੁਸੀਂ ਬਾਰਦਾਨਾ ਇੱਕ ਵਾਰੀ ਆਪਦੇ ਕੋਲ ਲੈ ਲਓ, ਫਿਰ ਅਸੀਂ ਤੁਹਾਨੂੰ ਪੈਸੇ ਦੇ ਦੇਵਾਂਗੇ। ਪਰ ਆੜਤੀਏ ਵੀ ਜਿਹੜੇ ਆ ਸਰਕਾਰ ਦੇ ਇਹਨਾਂ ਲਾਰਿਆਂ ਦੇ ਉੱਤੇ ਯਕੀਨ ਨਹੀਂ ਕਰਨਾ ਚਾਹੁੰਦੇ। ਤਾਂ ਤੁਹਾਨੂੰ ਕੀ ਲੱਗਦਾ ਕਿਸਾਨ ਦਾ ਤੇ ਆੜਤੀਏ ਦਾ ਇੱਕ ਮਾਂ ਪੁੱਤ ਵਰਗਾ ਰਿਸ਼ਤਾ ਹੁੰਦਾ, ਦੋਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ। ਸਰਕਾਰ ਤਮਾਸ਼ਾ ਕਿਉਂ ਦੇਖ ਰਹੀ ਹੈ? ਬਾਰਦਾਨਾ ਕਿੱਥੇ ਰੁਕ ਗਿਆ? ਕਿਉਂ ਨਹੀਂ ਮੰਡੀਆਂ 'ਚ ਆ ਰਿਹਾ? ਕੀ ਕੋਈ ਇਹਦੇ ਪਿੱਛੇ ਜਿਹੜਾ ਕਲਾ ਬਾਜ਼ਾਰੀ ਹੈ, ਮਹਿੰਗੇ ਭਾਅ ਤੇ ਵੇਚਣ ਦੀ ਕੋਈ ਲਾਲਚ ਆ? ਕੀ ਕਾਰਨ ਕੀ ਆ? ਅੱਗੇ ਵੀ ਤਾਂ ਕਣਕ ਹੁੰਦੀ ਸੀ, ਇਸ ਵਾਰ ਤਾਂ ਸਗੋਂ ਕਣਕ ਟੁੱਟਵੇਂ ਤਰੀਕੇ ਨਾਲ ਆਈ ਹੈ। ਨਹੀਂ ਜੀ, ਇਹ ਤਾਂ ਅਸੀਂ ਨਹੀਂ ਕਹਿ ਸਕਦੇ ਕੀ ਹੋ ਰਿਹਾ, ਪਰ ਜਦੋਂ ਵੀ ਜਿਹੜੇ ਵੀ ਸੰਬੰਧਿਤ ਅਧਿਕਾਰੀ ਨਾਲ ਗੱਲ ਕਰੀ ਦੀ ਉਹ ਕਿ ਸਾਡੇ ਕੋਲੇ ਬਾਰਦਾਨਾ ਨਹੀਂ ਹੈਗਾ ਜੀ, ਤੇ ਡੀਐਮ ਸਾਹਿਬ ਜਿੰਨੇ ਵੀ ਹੋਰ ਸੰਬੰਧਿਤ ਅਫਸਰ ਆ ਉਹਨਾਂ ਨੂੰ ਇਹ ਗੱਲ ਸਾਰਿਆਂ ਦੇ ਨੋਟਿਸ ਹੈਗੀ ਆ ਵੀ ਬਾਰਦਾਨਾ ਮੰਡੀਆਂ 'ਚ ਹੈ ਨਹੀਂ ਗਾ ਜੀ। ਤੇ ਬਾਰਦਾਨਾ ਜੇ ਮੰਡੀਆਂ 'ਚ ਹੁੰਦਾ ਤਾਂ ਅੱਜ ਤੱਕ ਅਸੀਂ ਸੀਜ਼ਨ ਖਤਮ ਕਰਕੇ ਸਾਰਾ ਕੰਮ ਨਿਬੇੜ ਕੇ ਜ਼ਿਮੀਂਦਾਰ ਆਪਦੇ ਘਰੇ ਹੁੰਦਾ ਤੇ ਬਾਕੀ ਆਪਦੇ ਅਸੀਂ ਘਰੇ ਹੁੰਦੇ, ਹੁਣ ਤੱਕ ਕੰਮ ਖਤਮ ਹੋ ਜਾਣਾ ਸੀਗਾ। ਜੇ ਕੰਮ ਡਿਲੇ ਹੋਇਆ ਤਾਂ ਬਾਰਦਾਨੇ ਕਰਕੇ ਹੋਇਆ ਤੇ ਲਿਫਟਿੰਗ ਕਰਕੇ ਹੋਇਆ, ਨਹੀਂ ਤਾਂ ਹੁਣ ਤੱਕ ਵੈਸੇ ਹੀ ਕੰਮ ਖਤਮ ਹੋ ਜਾਣਾ ਸੀਗਾ ਜੀ। ਤੇ ਸਾਰੇ ਆਪਦੀ ਸੋਸ਼ਲ ਡਿਸਟੈਂਸਿੰਗ ਹੋ ਜਾਂਦੀ, ਸਭ ਕੁਝ ਹੋ ਜਾਂਦਾ, ਬਿਮਾਰੀ ਤੋਂ ਹੀ ਬਚ ਜਾਂਦੇ। ਇਹ ਹੁਣ ਬਾਰਦਾਨਾ ਨਾ ਹੋਣ ਕਰਕੇ ਘੱਟੋ ਘੱਟ 10 ਦਿਨ ਹਜੇ ਮੰਡੀਆਂ ਹੋਰ ਚੱਲਣਗੀਆਂ, ਤੇ ਜੇ ਬਾਰਦਾਨੇ ਦਾ ਸਹੀ ਪ੍ਰਬੰਧ ਹੁੰਦਾ ਤਾਂ ਹੁਣ ਤੱਕ ਸਾਰਾ ਕੰਮ ਖਤਮ ਹੋ ਜਾਣਾ ਸੀਗਾ। ਜ਼ਿਮੀਂਦਾਰਾਂ ਨੇ ਆਪਦੇ ਘਰੇ ਬਹਿਣਾ ਸੀਗਾ, ਆੜਤੀਆਂ ਨੇ ਆਪਦੇ ਘਰੇ ਬਹਿਣਾ ਸੀ, ਲੇਬਰ ਵੀ ਵਿਹਲੀ ਹੋ ਜਾਂਦੀ। ਪਰ ਇਹ ਬਾਰਦਾਨਾ ਤੇ ਲਿਫਟਿੰਗ ਨਾ ਹੋਣ ਕਰਕੇ ਹਜੇ ਸੀਜ਼ਨ 10 ਦਿਨ ਹੋਰ ਚੱਲੂਗਾ, ਤੇ ਪਹਿਲਾਂ ਹੀ ਮਰੀਜ਼ ਬਹੁਤ ਵੱਧ ਰਹੇ ਆ ਜੀ। ਅੱਜ ਜੋ ਰਿਪੋਰਟਾਂ ਆ ਰਹੀਆਂ ਹੈਗੀਆਂ, ਤੇ ਇਸ ਕਰਕੇ ਇਹਦਾ ਨੁਕਸਾਨ ਹੀ ਹੋਊਗਾ ਜੀ। ਜੇ ਚਾਹੁੰਦੀ ਸਰਕਾਰ ਤਾਂ ਇਹਨੂੰ 10-12-15 ਦਿਨਾਂ 'ਚ ਸਾਰੀਆਂ ਮੰਡੀਆਂ ਦਾ ਕੰਮ ਖਤਮ ਹੋ ਕੇ ਕੰਮ ਨਿਬੜ ਸਕਦਾ ਸੀ ਜੀ। ਸਰਕਾਰ ਦੇ ਜਿਹੜੇ ਦਾਅਵੇ ਆ ਉਹ ਫੋਕੇ ਲਾਰਿਆਂ 'ਚ ਤਬਦੀਲ ਹੋਇਆ। ਸਰਕਾਰ ਕਹਿੰਦੀ ਸੀ ਵੀ ਟੋਕਨ ਦੇ ਨਾਲ 1 ਬਾਈ 1 ਇੱਕ ਟਰਾਲੀ ਕਰਕੇ ਕਿਸਾਨ ਆਊਗਾ, ਸ਼ਾਮ ਨੂੰ ਨਹੀਂ ਕਣਕ ਲੱਭਣੀ। ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਮੰਡੀ ਦੇ ਵਿੱਚ ਹਾਲ ਕੀ ਹੈ। ਕਣਕ ਰੁਲ ਰਹੀ ਆ, ਜਿਹੜੇ ਜ਼ਿਮੀਂਦਾਰ ਰੋ ਰਹੇ ਨੇ, ਆੜ੍ਹਤੀ ਵੀ ਕਿਤੇ ਨਾ ਕਿਤੇ ਉਹ ਵੀ ਮਜਬੂਰੀ ਦੇ ਵਿੱਚ ਰੋ ਰਹੇ ਨੇ ਵੀ ਸਰਕਾਰ ਕਹਿੰਦੀ ਵੀ ਤੁਸੀਂ ਆਪ ਬਾਰਦਾਨਾ ਲੈ ਲਓ ਇੱਕ ਵਾਰ, ਫਿਰ ਅਸੀਂ ਪੈਸੇ ਦੇ ਦਿਆਂਗੇ। ਪਰ ਕਿਸ ਤਰ੍ਹਾਂ ਸਰਕਾਰ ਦੇ ਇਹਨਾਂ ਲਾਰਿਆਂ ਦੇ ਉੱਤੇ, ਵਾਅਦਿਆਂ ਦੇ ਉੱਤੇ ਜਿਹੜਾ ਭਰੋਸਾ ਕੀਤਾ ਜਾ ਸਕਦਾ, ਇਹ ਹਾਲਾਤ ਤੁਸੀਂ ਆਪ ਦੇਖ ਸਕਦੇ ਹੋ। ਸੋਨੇ ਵਰਗੀ ਜਿਹੜੀ ਕਿਸਾਨਾਂ ਦੀ ਪਾਲੀ ਹੋਈ ਫਸਲ ਹੈ ਉਹ ਮੀਂਹ ਦੇ ਵਿੱਚ ਭਿੱਜ ਚੁੱਕੀ ਹੈ, ਤੇ ਸਰਕਾਰ ਇਹਨਾਂ ਵਾਸਤੇ ਕੀ ਕੁਝ ਆਉਣ ਵਾਲੇ ਸਮੇਂ 'ਚ ਐਲਾਨ ਕਰੇਗੀ। ਦੂਜੇ ਪਾਸੇ ਕਰੋਨਾ ਵਾਇਰਸ ਦਾ ਪ੍ਰਕੋਪ ਹੈ। ਕਰੋਨਾ ਵਾਇਰਸ ਦੇ ਕਰਕੇ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚੀ, ਪੰਜਾਬ ਦੇ ਵਿੱਚ ਜਿਹੜਾ 1200 ਦੇ ਲਗਭਗ ਮਰੀਜ਼ ਆ ਚੁੱਕੇ ਨੇ। ਪਰ ਇਹਨਾਂ ਮੰਡੀਆਂ ਦੇ ਵਿੱਚ ਕੰਮ ਕਰ ਰਹੀ ਸੇਫਟੀ ਕਿੱਟਾਂ ਤੋਂ ਬਿਨਾਂ ਜਿਹੜੀ ਲੇਬਰ ਹੋਵੇ, ਜਾਂ ਪ੍ਰਵਾਸੀ ਮਜ਼ਦੂਰ ਹੋਣ, ਜਾਂ ਕਿਹੜੇ ਵੀ ਹੋਣ, ਜਾਂ ਕਿਸਾਨ ਹੋਣ, ਜਾਂ ਆੜ੍ਹਤੀਆਂ ਦੇ ਕਰਿੰਦੇ ਹੋਣ, ਤਾਂ ਉਹਨਾਂ ਦੀ ਜਿਹੜੀ ਸੇਫਟੀ ਦਾ ਪ੍ਰਬੰਧ ਕੌਣ ਕਰੇਗਾ? ਉਲਟਾ ਇਸ ਕਣਕ ਨੂੰ ਵੀ ਜਿਹੜਾ ਮੰਡੀਆਂ ਦੇ ਵਿੱਚ ਰੋਲਣ ਦੇ ਵਾਸਤੇ ਜਿਹੜਾ ਸਰਕਾਰ ਨੇ ਛੱਡ ਦਿੱਤਾ ਹੈ, ਲਿਫਟਿੰਗ ਨਹੀਂ ਹੋ ਰਹੀ ਬਾਹਰ ਦਾ। ਵੱਡੀ ਇਹ ਮੁਸੀਬਤ ਜਿਹੜੀ ਹੈ ਇਸ ਮੁਕਤਸਰ ਸਾਹਿਬ ਦੀ ਮੰਡੀ 'ਚ ਹੈਗੀ ਆ, ਬਲਕਿ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਹ ਹਾਲਾਤ ਜਿਹੜੇ ਉਹ ਦੱਸੇ ਜਾ ਰਹੇ ਨੇ। ਅਸੀਂ ਕਿਸੇ ਲੇਬਰ ਦੇ ਸੱਜਣ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ। ਹਾਂਜੀ, ਮੰਡੀਆਂ ਦੇ ਹਾਲ ਜਿਹੜੇ ਨੇ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਤੇਜ਼ ਮੀਂਹ ਤੇ ਹਨੇਰੀ ਜਿਹੜੀ ਆ, ਜਿੱਦਾਂ ਹਨੇਰੀ ਕਹਿੰਦੀ ਵੀ ਮੈਂ ਦੱਸਦੀ ਅੱਜ ਕੌਣ ਆ, ਐਡੀ ਤੇਜ਼ ਹਨੇਰੀ ਆ। ਤਾਂ ਮੰਡੀਆਂ ਦੇ ਵਿੱਚ ਜਿਹੜੀ ਆ ਸੋਨੇ ਵਰਗੀ ਪਾਲੀ ਹੋਈ ਫਸਲ ਹੈ ਜਿਹੜੀ
ਉਹ ਰੁਲ ਰਹੀ ਹੈ। ਖੈਰ ਬਿਮਾਰੀ ਦੇ ਉੱਤੇ ਕਿਸੇ ਦਾ ਵੱਸ ਨਹੀਂ, ਸਾਰੇ ਲੋਕ ਰੱਬ ਅੱਗੇ ਅਰਦਾਸਾਂ ਕਰ ਰਹੇ ਨੇ, ਪਰ ਸਰਕਾਰ ਦੇ ਵੱਸ ਜਿਹੜਾ ਕੁਛ ਸੀਗਾ, ਸਿਸਟਮ ਦੇ ਵੱਸ ਜਿਹੜਾ ਕੁਛ ਸੀ, ਅਧਿਕਾਰੀਆਂ ਦੇ ਪ੍ਰਸ਼ਾਸਨ ਦੇ ਵੱਸ ਹੱਥ ਵੱਸ ਜਿਹੜਾ ਕੁਛ ਸੀ, ਉਹਦੇ ਵਾਲੇ ਪਾਸੋਂ ਵੀ ਸਰਕਾਰ ਦੀ ਪੂਰੀ ਕੋਸ਼ਿਸ਼ ਆ ਵੀ ਇੱਧਰੋਂ ਨਾ ਕੋਈ ਬਾਜੇ, ਇੱਧਰੋਂ ਅਸੀਂ ਮਾਰ ਪਾ ਦਈਏ। ਅਸੀਂ ਕਿਸਾਨ ਨਾਲ ਗੱਲਬਾਤ ਕੀਤੀ ਹੈ, ਸਾਡੇ ਨਾਲ ਆੜ੍ਹਤੀਏ ਸੱਜਣ ਜਿਹੜੇ ਨੇ ਮੌਜੂਦ ਨੇ, ਅਸੀਂ ਗੱਲਬਾਤ ਕਰਾਂਗੇ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਸੁਨੀਸ਼ ਡੂਮੜਾ ਜੀ। ਹਾਂਜੀ, ਦੁਮਰਾ ਜੀ, ਤੁਹਾਨੂੰ ਕੀ ਲੱਗਦਾ ਹੈ ਜਿਹੜੀਆਂ ਮੁਸ਼ਕਲਾਂ ਨੇ, ਕਿਉਂਕਿ ਸਰਕਾਰ ਕਹਿੰਦੀ ਸੀ ਟੋਕਨ ਰਾਹੀਂ ਕਿਸਾਨ ਇੱਕ ਟਰਾਲੀ ਲੈ ਕੇ ਆਊਗਾ, ਸ਼ਾਮ ਨੂੰ ਕਣਕ ਲੱਭਣੀ ਨਹੀਂ ਮੰਡੀ 'ਚ, ਪਰ ਮੰਡੀ ਦਾ ਪੈਰ ਰੱਖਣ ਨੂੰ ਥਾਂ ਹੈ ਨਹੀਂ। ਜਿੱਦਾਂ ਪਹਿਲਾਂ ਹੁੰਦਾ ਸੀ ਉਸੇ ਤਰ੍ਹਾਂ ਕਣਕ ਰੁਲ ਰਹੀ ਆ, ਬਲਕਿ ਉੱਤੋਂ ਸਾਰਿਆਂ ਨੂੰ ਪਤਾ ਸੀ ਵੀ 3-4 ਦਿਨ ਤੋਂ ਮੌਸਮ ਜਿਹੜਾ ਖਰਾਬ ਹੈ, ਕੱਲ ਮੀਂਹ ਪਿਆ, ਅੱਜ ਫਿਰ ਮੀਂਹ ਪਿਆ, ਪਰਸੋਂ ਫਿਰ ਮੀਂਹ ਪੈਣਾ, ਮੌਸਮ ਵਿਭਾਗ ਦੱਸਦਾ। ਤਾਂ ਕਣਕ ਨੂੰ ਸਾਂਭਣ ਦੇ ਵਿੱਚ ਦੇਰੀ ਕੀ ਹੈ? ਕਿਸਾਨ ਕਹਿੰਦੇ ਨੇ ਸਾਨੂੰ, ਆੜ੍ਹਤੀ ਸੱਜਣ ਸਾਡੇ ਮੂੰਹ ਵੱਲ ਦੇਖਦੇ ਵੀ ਸਾਨੂੰ ਬਾਰਦਾਨਾ ਨਹੀਂ ਮਿਲ ਰਿਹਾ, ਕਿਤੇ ਲੇਬਰ ਨਹੀਂ ਮਿਲ ਰਹੀ, ਕਿਤੇ ਗਾਂ ਲਿਫਟਿੰਗ ਨਹੀਂ ਹੋ ਰਹੀ, ਬਹੁਤ ਸਾਰੇ ਕਾਰਨ ਨੇ। ਸਾਨੂੰ ਤੁਸੀਂ ਦੱਸੋ ਵੀ ਕਾਰਨ ਕਿੱਥੇ, ਖਰਾਬੀ ਕਿੱਥੇ ਆ? ਸਰਕਾਰ ਦੀਆਂ ਸਾਰੀਆਂ ਗਲਤੀਆਂ ਜੀ। ਨਾ ਸਰਕਾਰ ਕੋਲੇ ਬਾਰਦਾਨਾ, ਨਾ ਸਰਕਾਰ ਕੋਲ ਕੋਈ ਲਿਫਟਿੰਗ ਦਾ ਸਿਸਟਮ ਹੈ। ਇਹ ਲਿਫਟਿੰਗ ਨਾ ਆਉਣ ਕਰਕੇ ਸਾਰਾ ਨੁਕਸਾਨ ਹੋ ਰਿਹਾ ਹੈ। ਨਾ ਸਰਕਾਰ ਦਾ ਕੋਈ ਪੇਮੈਂਟ ਦਾ ਸਿਸਟਮ ਸਹੀ ਚੱਲ ਰਿਹਾ ਹੈ। ਪੇਮੈਂਟ ਵਾਲੀ ਬਿਲਕੁਲ ਇਹ ਬੜੀ ਵੱਡੀ ਗੱਲ ਹੈ, ਕਿਉਂਕਿ ਸਰਕਾਰ ਕਹਿੰਦੀ ਸੀ ਵੀ ਖਾਤੇ 'ਚ ਆਉਣਗੀਆਂ ਪੇਮੈਂਟਸ, ਪਰ ਇਹ ਸਾਨੂੰ ਵੀ ਪਤਾ ਤੇ ਸਭ ਨੂੰ ਪਤਾ ਵੀ ਕਿਸਾਨ ਨੇ ਜਿਹੜਾ ਪੇਮੈਂਟ ਆੜ੍ਹਤੀਏ ਤੋਂ ਲੈਣੀ ਹੁੰਦੀ ਆ, ਤਾਂ ਆੜ੍ਹਤੀਏ ਨੂੰ ਪੇਮੈਂਟ ਨਹੀਂ ਆ ਰਹੀ, ਤਾਂ ਅਗਲੀ ਜਿਹੜੀ ਫਸਲ ਦੀ ਬਿਜਾਈ ਆ ਉਹਦੇ ਵਾਸਤੇ ਮੁਸ਼ਕਿਲ ਆਏਗੀ। ਲੇਬਰ ਨੂੰ ਪੈਸੇ ਕਿਸਾਨ ਨੇ ਦੇਣੇ ਹੁੰਦੇ ਆ, ਉਹਨਾਂ 'ਚ ਮੁਸ਼ਕਿਲ ਆਏਗੀ। ਤੇਲ ਪਾਣੀ ਬਹੁਤ ਕੁਛ ਆ। ਕਾਰਨ ਕੀ ਹੈ? ਬਾਰਦਾਨਾ ਕਿਉਂ ਨਹੀਂ ਮਿਲ ਰਿਹਾ? ਅੱਗੇ ਵੀ ਬਾਰਦਾਨਾ ਆਉਂਦਾ ਸੀ, ਅੱਗੇ ਵੀ ਕਣਕ ਹੁੰਦੀ ਸੀ, ਹਾਲਾਂਕਿ ਇਸ ਵਾਰ ਤਾਂ ਪਹਿਲਾਂ ਨਾਲੋਂ ਥੋੜੀ ਘੱਟ ਕਣਕ ਹੈ। ਕਿੱਥੇ ਰਹਿ ਗਈ? ਖਰਾਬੀ ਕਿੱਥੇ ਹੈ? ਅਸੀਂ ਕੁਝ ਕਿਸਾਨਾਂ ਤੋਂ ਸੁਣਿਆ, ਕਹਿੰਦੇ ਬਾਰਦਾਨੇ ਵਾਸਤੇ ਵੱਖਰੇ ਪੈਸੇ ਮੰਗੇ ਜਾ ਰਹੇ ਆ, ਰਿਸ਼ਵਤ ਮੰਗੀ ਜਾ ਰਹੀ ਹੈ। ਜੇ ਸਰਕਾਰ ਕੋਲੇ ਬਾਰਦਾਨਾ ਹੈ ਨਹੀਂ, ਸ਼ੈਲਾਂ ਨੂੰ ਚੱਕਣ, ਪੁਰਾਣਾ ਬਾਰਦਾਨਾ ਦੇਣ, ਅਸੀਂ ਜ਼ਮੀਂਦਾਰਾਂ ਨੂੰ ਤਾਂ ਵਿਹਲਾ ਕਰੀਏ। ਕੋਈ ਸਿਸਟਮ ਚੱਲੇ ਸਾਡਾ। ਜੇ ਕਿਸੇ ਨੂੰ 4 ਗੱਠਾਂ ਮਿਲੀ ਨਹੀਂ, ਕਿਸੇ ਨੂੰ ਇੱਕ ਨਹੀਂ ਮਿਲਦੀਗੀ। ਸਾਰਾ ਸਿਸਟਮ ਸਰਕਾਰ ਨੂੰ ਸੰਭਾਲਣਾ ਚਾਹੀਦਾ। ਠੀਕ ਹੈ, ਮਾਹਵਾਰੀ ਚੱਲੀ ਜਾਂਦੀ ਹੈ, ਉਹਦੇ ਕਰਕੇ ਹਰੇਕ ਬੰਦਾ ਪਰੇਸ਼ਾਨ ਹੈ। ਅਸੀਂ ਵੀ ਘਰ-ਬਾਰ ਛੱਡ ਕੇ ਇੱਥੇ ਆਣੇ ਆ, ਸ਼ਾਮ ਨੂੰ ਵਾਪਸ ਮੁੜ ਜਾਂਦੇ ਜਦੋਂ ਕੋਈ ਸਾਨੂੰ ਸਿਸਟਮ ਨਹੀਂ ਚੱਲਦਾਗਾ। ਤਾਂ ਇਹਦੇ ਨਾਲ ਤੁਹਾਨੂੰ ਕੀ ਲੱਗਦਾ, ਜਿਹੜਾ ਸੋਸ਼ਲ ਡਿਸਟੈਂਸ ਦੀ ਹਦਾਇਤ ਹੈ ਸਰਕਾਰ ਦੀ, ਇੱਕ ਪਾਸੇ ਸਰਕਾਰ ਦੀਆਂ ਹਦਾਇਤਾਂ ਨੇ ਜਿਹਦੀ ਸਖਤੀ ਨਾਲ ਪਾਲਣਾ ਕਰਨੀ ਹੈ, ਜੇ ਨਾ ਕੀਤੀ ਤੇ ਪੰਜਾਬ ਪੁਲਿਸ ਦਾ ਡੰਡਾ ਬੜਾ ਸਖਤ ਆ, ਸਭ ਨੂੰ ਪਤਾ। ਪਰ ਦੂਜੇ ਪਾਸੇ ਮਜਬੂਰੀ ਹੈ, ਸੋਨੇ ਵਰਗੀ ਫਸਲ ਨੂੰ ਛੱਡ ਕੇ ਕੋਈ ਘਰ ਥੋੜੀ ਜਾਊਗਾ, ਚੋਰੀਆਂ ਵੀ ਇੱਥੇ ਹੋ ਰਹੀਆਂ ਨੇ, ਤੁਹਾਨੂੰ ਸਭ ਨੂੰ ਪਤਾ। ਤਾਂ ਕਾਰਨ ਕੀ ਹੈ? ਸਰਕਾਰ ਨੂੰ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਤਾਂ ਕਹਿੰਦੇ ਹਾਂ ਅੱਜ ਵੀ ਸਰਕਾਰ ਸਖਤ ਕਦਮ ਚੱਕੇ, ਨਹੀਂ ਤਾਂ ਇਦੋਂ ਜ਼ਿਆਦਾ ਨੁਕਸਾਨ ਹੋਊਗਾ। ਕਿਉਂਕਿ ਤੁਸੀਂ ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰਦੇ ਹੋ, ਹੁਣ ਵੀ ਆਪਾਂ 50 ਜਣੇ ਖੜੇ ਹਾਂ ਇੱਥੇ। ਕੁਝ ਪਬਲਿਕ ਨੂੰ ਵੀ ਚਾਹੀਦਾ ਸਰਕਾਰ ਦਾ ਸਾਥ ਦੇਣ। ਪਰ ਬਿਲਕੁਲ, ਕਿਉਂਕਿ ਦੇਖੋ ਨਾ ਜੀ, ਪਬਲਿਕ ਛੱਡਾਂ ਥੱਲੇ ਦੇਖ ਲਓ, ਜਦੋਂ ਤੇਜ਼ ਮੀਂਹ ਆਊਗਾ ਤਾਂ ਇੱਥੇ 5000 ਬੰਦਾ ਮੰਡੀ ਦੇ ਵਿੱਚ ਤਾਂ ਜਾਊਗਾ ਕਿੱਥੇ? ਇਹ ਗੱਲ ਸਪਸ਼ਟ ਹੈ। ਜੇ ਇਹਨਾਂ ਦੀ ਕਣਕ ਹੀ ਨਾ ਹੋਵੇ ਤੇ ਇਹ ਕਿਹੜਾ ਕਮਲੇ ਨੇ ਵੀ ਇੱਥੇ ਮੰਡੀ 'ਚ ਬੈਠੇ ਰਹਿਣਗੇ? ਤੁਸੀਂ ਵੀ ਆਪਣੇ ਘਰ ਜਾਓਗੇ, ਲੇਬਰ ਵੀ ਆਪਣੇ ਘਰ ਜਾਊਗੀ ਉਹਦੇ 'ਚ ਕਮਾਈ ਕਰਕੇ, ਕਿਸਾਨ ਵੀ ਆਪਦੇ ਘਰ ਜਾਣਗੇ। ਕਿਉਂ ਮੰਡੀਆਂ 'ਚ ਰੁਲਣਗੇ? ਕਿਸਾਨ ਦੁਖੀ ਆ, ਉਹਦੀ ਸੋਨੇ ਵਰਗੀ ਫਸਲ ਰੁਲ ਰਹੀ ਆ, ਤੁਸੀਂ ਦੁਖੀ ਹੋ, ਤੁਸੀਂ ਜਿਹੜੀ ਖਰੀਦ ਲਈ ਆ ਉਹ ਗਾਂ ਲਿਫਟਿੰਗ ਨਹੀਂ ਹੋ ਰਹੀ, ਉਹਦੀ ਤੁਹਾਨੂੰ ਪੇਮੈਂਟ ਨਹੀਂ ਆ ਰਹੀ। ਤਾਂ ਬਹੁਤ ਸਾਰੇ ਕਾਰਨ ਨੇ, ਤੁਹਾਨੂੰ ਲੱਗਦਾ? ਬਿਲਕੁਲ ਸਹੀ ਕਾਰਨ ਹੈ ਜੀ ਇਹ। ਜੇ ਇਹੀ ਬਾਰਦਾਨਾ ਟਾਈਮ ਨਾਲ ਮਿਲਿਆ ਹੁੰਦਾ, ਹਰ ਬੰਦਾ ਆਪਦੇ ਘਰੇ, ਉਹਨਾਂ ਮਜ਼ਦੂਰ ਆਪਦੇ ਘਰੇ ਜਾਂਦੇ, ਕੰਮ ਆਪਦੇ ਸਿਸਟਮ ਨਾਲ ਚੱਲਦਾ। ਤੇ ਨਾ ਕੋਈ ਟੋਕਨ ਦਾ ਸਿਸਟਮ ਸਹੀ ਚੱਲ ਰਿਹਾ। ਕਿਸੇ ਨੂੰ 2 ਟੋਕਨ ਮਿਲੀ ਜਾਂਦੇ, ਕਿਸੇ ਨੂੰ 10 ਵੀ ਮਿਲੀ ਜਾਂਦੇ ਇੱਥੇ। ਇਹ ਵੀ ਗੱਲ ਸਾਹਮਣੇ ਆ ਰਹੀ ਕਿ ਸਰਕਾਰ ਨੇ ਜਿਹੜਾ ਟੋਕਨ ਸਿਸਟਮ ਚਲਾਇਆ ਸੀ, ਉਹਦੇ ਵਿੱਚ ਵੀ ਜਿਹੜੀ ਆ ਉਹ ਕਲਾ ਬਾਜ਼ਾਰੀ ਹੈ, ਹੇਰਾ ਫੇਰੀ ਹੈ। ਕਿਸੇ ਨੂੰ 10 ਟੋਕਨ ਮਿਲ ਗਏ, ਕਿਸੇ ਨੂੰ 2 ਮਿਲ ਗਏ। ਤਾਂ 10 ਵਾਲੇ ਦੀ ਜਿਹੜੀ ਫਸਲ ਆਏਗੀ, 2 ਵਾਲੇ ਦਾ ਕੀ ਬਣੇਗਾ? ਕਿਸਾਨ ਆਪਦੇ ਘਰਾਂ ਦੇ ਵਿੱਚ ਕਣਕ ਦੇ ਢੇਰ ਲਾਈ ਬੈਠੇ ਨੇ, ਉਹ ਉੱਥੇ ਭੇਜ ਰਹੀ ਹੈ, ਜਿਹੜੀ ਮੰਡੀ 'ਚ ਆ ਗਈ ਉਹ ਇੱਥੇ ਭੇਜ ਰਹੀ ਹੈ। ਇਹ ਜਿਹੜਾ ਕਿ ਆਉਣ ਵਾਲਾ ਸਮਾਂ ਮੈਨੂੰ ਲੱਗਦਾ ਵੀ ਆਰਥਿਕ ਤੌਰ ਤੇ ਇਹਨਾਂ ਕਿਸਾਨਾਂ ਵਾਸਤੇ, ਕਿਸਾਨ ਦੇ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਨੇ, ਜਿੰਨੇ ਕਾਰੋਬਾਰ ਨੇ, ਆੜ੍ਹਤੀਆ ਹੋਵੇ, ਲੇਬਰ ਹੋਵੇ, ਪੰਪਾਂ ਵਾਲੇ ਹੋਣ, ਕੋਈ ਵੀ ਹੋਵੇ, ਉਹ ਸਾਰਿਆਂ ਦੇ ਉੱਤੇ ਜਿਹੜਾ ਪ੍ਰਭਾਵ ਆ ਉਹ ਬੜੇ ਖਤਰਨਾਕ ਤਰੀਕੇ ਨਾਲ ਪੈ ਸਕਦਾ। ਦਾਣਾ ਮੰਡੀਆਂ ਦੇ ਜਿਹੜੇ ਹਾਲਾਤ ਨੇ, ਅਸੀਂ ਉਹਨਾਂ 'ਤੇ ਗੱਲਬਾਤ ਕਰ ਰਹੇ ਹਾਂ। ਕਿਸਾਨ ਨਾਲ ਗੱਲਬਾਤ ਕੀਤੀ ਹੈ, ਆੜ੍ਹਤੀਆਂ ਨਾਲ ਗੱਲਬਾਤ ਕੀਤੀ ਹੈ। ਹੁਣ ਲੇਬਰ ਦੇ ਜਿਹੜੇ ਨੇ ਕੁਝ ਲੋਕ, ਉਹ ਸਾਡੇ ਨਾਲ ਮੌਜੂਦ ਨੇ ਵੀ ਉਹਨਾਂ ਦੀ ਕੀ ਮੁਸ਼ਕਿਲ ਹੈ। ਕਿਉਂਕਿ ਸਰਕਾਰ ਤਾਂ ਜਿੱਦਾਂ ਕਹਿ ਦਿਓ ਵੀ ਕੰਨ ਤੇ ਜੂੰ ਨਹੀਂ ਸਰਕਦੀ। ਕਈ ਦਿਨ ਹੋ ਗਿਆ ਇੱਥੇ ਮੰਡੀਆਂ ਦੇ ਵਿੱਚ ਕਣਕ ਰੁਲ ਰਹੀ ਆ, ਬਾਰਦਾਨੇ ਦਾ ਰੌਲਾ ਕਈ ਦਿਨ ਹੋ ਗਏ ਇੱਥੇ ਪਿਆ। ਤਾਂ ਅਸੀਂ ਗੱਲਬਾਤ ਕਰਾਂਗੇ ਲੇਬਰ ਦੀ ਕੀ ਮੁਸ਼ਕਿਲ ਹੈ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਸਿਕੰਦਰ ਕੁਮਾਰ ਜੀ। ਸਿਕੰਦਰ ਜੀ, ਲੇਬਰ ਦੀ ਕੀ ਮੁਸ਼ਕਿਲ ਹੈ? ਕਿਸਾਨਾਂ ਦੀ ਵੱਖਰੀ ਮੁਸ਼ਕਿਲ ਹੈ, ਉਹ ਕਹਿੰਦੇ ਵੀ ਸਾਨੂੰ ਕਈ ਦਿਨ 5-5 ਦਿਨ ਹੋ ਗਏ ਆ, ਕਣਕ ਜਿਹੜੀ ਆ ਤਲਾਈ ਨਹੀਂ ਹੋ ਰਹੀ, ਬਾਰਦਾਨਾ ਨਹੀਂ ਮਿਲ ਰਿਹਾ, ਪੈਕਿੰਗ ਹੋਊਗੀ ਤਾਂ ਜਿਹੜਾ ਲਿਫਟਿੰਗ ਹੋਊਗੀ। ਆੜ੍ਹਤੀਏ ਕਹਿੰਦੇ ਸਾਨੂੰ ਪੇਮੈਂਟ ਨਹੀਂ ਮਿਲ ਰਹੀ। ਇੱਥੇ ਵੇਖੋ ਬੁਰੇ ਹਾਲ ਆ। ਤਾਂ ਤੁਹਾਡੀ ਕੀ ਮੁਸ਼ਕਿਲ? ਸਭ ਤੋਂ ਵੱਡੀ ਰਾਤ ਨੂੰ ਇੱਕ ਚੋਰੀ ਬਹੁਤ ਹੁੰਦੀ ਹੈ ਜੀ। ਠੀਕ ਹੈ ਜੀ, ਇੱਥੇ ਕੋਈ ਮੁਲਾਜ਼ਮ ਨਹੀਂ ਆਉਂਦਾ ਜੀ। ਰਾਤ ਨੂੰ ਗੱਡੀਆਂ ਆਉਂਦੀਆਂ ਹੈਗੀਆਂ ਤੇ ਸਾਰੀ ਰਾਤ ਅਸੀਂ ਜਾਗ ਕੇ ਕੱਢਦੇ ਹੈਗੇ ਜੀ। ਉਹ 5 ਦਿਨ ਹੋ ਗਏ ਢੇਰੀਆਂ ਨੂੰ ਪੱਖਾ ਲਾ ਕੇ ਰੱਖਿਆ ਹੋਇਆ ਜੀ, ਹਜੇ ਤੱਕ ਕੋਈ ਬਾਰਦਾਨਾ ਨਹੀਂ ਮਿਲਦਾ ਪਿਆ। ਲੇਬਰ ਸਾਨੂੰ ਕਹਿੰਦੀ ਸਾਨੂੰ ਕੋਈ ਦਿਹਾੜੀ ਨਹੀਂ ਪੈ ਰਹੀ,
ਤੇ ਇੱਕ ਉਧਰੋਂ ਬਿਮਾਰੀ ਸ਼ੁਰੂ ਹੋਈ ਪਈ ਆ। ਕੋਈ ਵਾਲੀ ਵਾਰਸ ਹੈ ਨਹੀਂ, ਨਾ ਕੋਈ ਸਰਕਾਰ ਨਾ ਕੋਈ ਆੜ੍ਹਤੀ। ਤਾਂ ਵਾਲੀ ਵਾਰਸ ਤੁਸੀਂ ਕਹਿ ਰਹੇ ਵੀ ਕੋਈ ਹੈ ਨਹੀਂ, ਪਰ ਸਰਕਾਰਾਂ ਵਾਲੀ ਵਾਰਸ ਹੁੰਦੀਆਂ ਨੇ। ਆਪਾਂ ਜਿਹੜੀਆਂ ਸਰਕਾਰਾਂ ਨੂੰ ਚੁਣਿਆ, ਵੋਟਾਂ ਦੇ ਕੇ ਆਪਾਂ ਟੈਕਸ ਦਿੱਤੇ ਆ। ਰਾਜਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਇਸ ਤੋਂ ਪਹਿਲਾਂ ਬੜੀਆਂ ਸਰਕਾਰਾਂ ਰਹੀਆਂ ਨੇ, ਪਰ ਇਸ ਵਾਰ ਜਿਹੜੇ ਹਾਲਾਤ ਨੇ ਪਹਿਲਾਂ ਨਾਲੋਂ ਕਈ ਗੁਣਾ ਵੱਧ ਅਜੀਬ ਤਰੀਕੇ ਦੇ ਤੇ ਭਿਆਨਕ ਬਣੇ ਨੇ। ਪਰ ਸਰਕਾਰ ਕੋਲ ਸਭ ਕੁਝ ਹੈ, ਸਾਰੇ ਪ੍ਰਬੰਧ ਨੇ। ਕੋਈ ਵੱਖਰੀ ਚੀਜ਼ ਤੁਸੀਂ ਇਹ ਤਾਂ ਮੰਗ ਨਹੀਂ ਨੇ ਵੀ ਚੰਨ ਤੁਹਾਡੇ ਤੋੜ ਕੇ ਲਿਆ ਦਿਓ, ਮੰਗ ਤੇ ਬਾਰਦਾਨਾ ਹੀ ਰਹੇ ਹੋਣਾ। ਕੀ ਕਾਰਨ ਆ, ਬਾਰਦਾਨਾ ਕਿਉਂ ਨਹੀਂ ਮਿਲਦਾ ਤੁਹਾਨੂੰ? ਬਾਰਦਾਨਾ ਹੀ ਪਤਾ ਨਹੀਂ ਕਿਉਂ ਨਹੀਂ ਆ ਰਿਹਾ, ਪਿੱਛੋਂ ਕੀ ਕਾਰਨ ਹੈਗਾ ਜੀ। 5-5 ਦਿਨ ਹੋ ਗਏ ਧੱਕੇ ਖਾਈ ਜਾਂਦੇ ਗੜੋਨਾ 'ਚ ਜਾ ਕੇ ਜੀ। ਕਦੇ ਕਹਿੰਦੇ ਅੱਜ ਆ ਜਾਂਦਾ, ਕੱਲ ਆ ਜਾਂਦਾ ਜੀ। ਬਾਹਰ ਰੋਜ਼ ਜਾ ਕੇ ਵਾਪਸ ਆ ਜਾਂਦੇ ਆ। ਪਤਾ ਨਹੀਂ ਜਦੋਂ ਆਂਦਾ ਬਾਰਦਾਨਾ ਕੋਈ ਲੈ ਜਾਂਦਾ, ਕੋਈ ਰਹਿ ਜਾਂਦਾ ਜੀ। ਤਾਂ ਲੇਬਰ ਦੀ ਹੋਰ ਕੀ ਮੁਸ਼ਕਿਲ ਹੈ, ਕਿਉਂਕਿ ਸੋਸ਼ਲ ਡਿਸਟੈਂਸ ਦੀ ਵੀ ਨਾਲ ਸਰਕਾਰ ਵੱਲੋਂ ਹਦਾਇਤ ਆ ਭਾਈ ਆਪਸ ਦੂਰੀ ਰੱਖੋ, ਪਰ ਇੱਥੇ 5-5 ਦਿਨ ਹੋ ਗਏ ਆ ਜਿਨ੍ਹਾਂ ਦੀ ਕਣਕ ਨਹੀਂ ਤੁਰੀ। ਕਿਹੜੀ ਦੂਰੀ ਰੱਖਣਗੇ, ਕਿਹੜੀ ਸੇਫਟੀ ਵਰਤਣਗੇ? ਜਿਹੜੀ ਲੇਬਰ ਆ ਉਹ ਵੀ ਵਿਚਾਰੀ ਰੁਲ ਰਹੀ, ਅਸੀਂ ਦੇਖ ਰਹੇ ਆ। ਤਾਂ ਕਿੰਨਾ ਕੁ ਜਿਹੜਾ ਇਸ ਵਕਤ ਤੁਹਾਨੂੰ ਨੁਕਸਾਨ ਜਿਹੜਾ ਉਹ ਹੋ ਸਕਦਾ, ਜਾਂ ਇਹ ਬਿਮਾਰੀ ਦਾ ਤੁਹਾਨੂੰ ਕਿੰਨਾ ਖਤਰਾ ਹੈ ਪੂਰੀ ਲੇਬਰ ਨੂੰ? ਹਾਂਜੀ, ਤਾਂ ਇਹ ਹਾਲਾਤ ਹੈਗੇ ਨੇ। ਤਾਂ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਲੇਬਰ ਦੀ ਕਿਹੜੀ ਮੁਸ਼ਕਲ ਇੱਥੇ ਆ ਰਹੀ ਹੈ, ਤਾਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਆ ਹੁਣ ਦੇਖੋ ਜੀ, ਗੱਟੇ ਭਿੱਜੀ ਜਾਂਦੇ ਹੈਗੇ ਜੀ। ਹੁਣ ਇਹਨੂੰ ਅਸੀਂ ਧਾਂਗੇ ਲਾਵਾਂਗੇ, ਫ੍ਰੀ 'ਚ ਧਾਂਗ ਲਾਣੀ ਹੈਗੀ ਏ, ਜਾਂ ਤਾਂ ਇਹਨੂੰ ਐਂ ਹੀ ਚਕਾਇਆ ਜਾਵੇ ਜੀ। ਤਾਂ ਇਹ ਮੁਸ਼ਕਿਲਾਂ ਹੈਗੀਆਂ ਨੇ ਜਿਹੜੀਆਂ ਲੇਬਰ ਦੀਆਂ ਵੀ, ਤਾਂ ਇਹਨਾਂ ਦੇ ਕੰਮਕਾਰ ਦੇ ਵਿੱਚ ਵੀ ਦਿੱਕਤ ਆ ਰਹੀ ਆ। ਪਰ ਵਾਰ-ਵਾਰ ਜਿਹੜੇ ਸਵਾਲ ਆ ਨਾ, ਉਹ ਪ੍ਰਸ਼ਾਸਨ ਤੇ ਖੜੇ ਹੁੰਦੇ ਆ, ਸਰਕਾਰਾਂ ਤੇ ਖੜੇ ਹੁੰਦੇ ਨੇ। ਜਿਹੜੀਆਂ ਸਰਕਾਰਾਂ ਨੂੰ ਲੋਕਾਂ ਨੇ ਟੈਕਸ ਦਿੱਤਾ, ਮਾੜੇ ਤੋਂ ਮਾੜਾ ਬੰਦਾ ਵੀ ਟੈਕਸ ਦਿੰਦਾ ਕਈ ਰੂਪਾਂ ਦੇ ਵਿੱਚ। ਹਾਂਜੀ, ਤੁਹਾਡਾ ਕੀ ਨਾਮ ਹੈ ਜੀ? ਮੈਂ ਜੀ ਅਮਰਨਾਥ ਹੈ ਜੀ ਮੇਰਾ। ਜੀ, ਤੁਸੀਂ ਵੀ ਲੇਬਰ ਦਾ ਕੰਮ ਕਰਦੇ ਹੋ? ਲੇਬਰ ਦਾ ਕੰਮ ਕਰਦਾ। ਕਿਹੜੀ ਮੁਸ਼ਕਲ ਜਿਹੜੀ ਤੁਹਾਨੂੰ ਇੱਥੇ ਵੱਡੀ ਆ ਰਹੀ? ਸਾਨੂੰ ਮੁਸ਼ਕਲ ਹੋ ਰਹੀ ਜੀ, ਮਾਰਕੀਟਾਂ ਕੋਲ ਗੇਟ ਹੈ ਨਹੀਂ ਸਾਰੇ ਪਾਸੇ, ਨਾ ਕੋਈ ਇੱਥੇ ਚੌਕੀਦਾਰ ਹੈ ਜੀ। ਸਾਡਾ ਮਜ਼ਦੂਰ ਰਾਤ ਨੂੰ ਪੈਂਦਾ ਜੀ ਇੱਥੇ, ਤਾਂ ਉਹਨੂੰ ਬੜੇ ਨੇ ਛਰਕਾ ਜਾਂਦੇ, ਕਰੋਨਾ ਚੱਲਦਾ ਤਾਂ ਇੱਥੇ ਸਾਡਾ ਮਜ਼ਦੂਰ ਪਿਆ ਰਹਿੰਦਾ। ਤਾਂ ਸਾਰੇ ਪਾਸੇ ਗੇਟ ਹੋਣੇ ਚਾਹੀਦੇ, ਮਾਰਕੀਟ ਦੀ ਤਰਫ ਚੌਕੀਦਾਰ ਹੋਣਾ ਚਾਹੀਦਾ ਜੀ। ਤਾਂ ਇਹ ਬਿਲਕੁਲ ਵੱਡੀ ਗੱਲ ਹੈ। ਇਹ ਖੈਰ ਪਹਿਲਾਂ ਦੀਆਂ ਵੀ ਮੁਸ਼ਕਲਾਂ ਜਿਹੜੀ ਚੱਲਦੀਆਂ ਰਹੀਆਂ ਨੇ, ਆਵਾਰਾ ਪਸ਼ੂ ਆ ਜਿਹੜੇ ਸਾਨੂੰ ਪਤਾ ਵੀ ਬਹੁਤ ਜ਼ਿਆਦਾ ਨੇ। ਤਾਂ ਹੁਣ ਬਿਮਾਰੀ ਕਰਕੇ ਜਿਹੜਾ ਸਰਕਾਰ ਕਹਿੰਦੀ ਸੀ ਵੀ ਟੋਕਨ ਸਿਸਟਮ ਲਾਤਾ, ਇੱਕ ਕਿਸਾਨ ਇੱਕ ਟਰਾਲੀ ਲਿਆਊਗਾ। ਉਹ ਚੱਕਰ ਵੀ ਵਾਏ ਸੀ, ਪੇਂਟਿੰਗ ਕੀਤੀ ਸੀ ਬੜੀ ਸੋਹਣੀ। ਹੁਣ ਨਾ ਤਾਂ ਪੇਂਟਿੰਗ ਦਿਖਦੀ ਆ, ਨਾ ਇੱਥੇ ਉਹ ਜਿਹੜੇ ਬਣਾਏ ਸੀਗੇ ਚੌਰਸ ਡੱਬੇ ਉਹ ਦਿਖਦੇ ਆ। ਤੁਹਾਨੂੰ ਕੀ ਲੱਗਦਾ ਸਰਕਾਰ ਦਾ ਸਿਸਟਮ ਬੁਰੀ ਤਰ੍ਹਾਂ ਫੇਲ ਹੈ? ਪਹਿਲੇ ਜੀ ਸਮਾਂ ਪਹਿਲੇ ਕਿ ਨਾ ਕੋਈ ਲੋਡਿੰਗ ਹੈ ਇੱਥੇ ਜੀ, ਪਸ਼ੂ ਫਿਰਦੇ ਰਾਤ ਨੂੰ, ਕੋਈ ਰਾਖੀ ਹੈ ਨਹੀਂ ਜੀ ਇੱਥੇ। ਸਾਰਾ ਕੁਝ ਚੋਰੀਆਂ ਵੀ ਹੋ ਰਹੀਆਂ ਕਹਿੰਦੇ ਮੰਡੀ। ਚੋਰੀਆਂ ਵੀ ਹੋ ਰਹੀਆਂ। ਜੇ ਸਕਿਉਰਟੀ ਆ ਜਾਂਦੇ ਵਿੱਚ, ਘਟੌਤੀ ਆ ਜਾਂਦੀ ਹੈ ਮਾਲ ਦੀ, ਸਾਡੇ ਮਜ਼ਦੂਰ ਨੂੰ ਚੋਰ ਬਣਾ ਦਿੰਦੇ ਵੀ ਤੁਸੀਂ ਕੱਢ ਲਿਆ ਹੋਣਾ, ਇਹਦਾ ਪਿਆ ਸੁੱਕ ਜਾਂਦਾ ਜੀ। ਮਜ਼ਦੂਰ ਕੀ ਕਰੂਗਾ ਇੱਥੇ? ਉੱਤੇ ਕਿਤੋਂ ਰਾਖੀ ਰੱਖਦਾ, ਕਿਤੋਂ ਚੋਰ ਬਣਾ ਦਿੰਦੇ ਉਲਟੇ। ਤੇ ਨਾਲ ਚੋਰੀਆਂ ਵੀ ਹੋ ਰਹੀਆਂ ਨੇ। ਇੱਧਰ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਡੰਡਾ ਢਿੱਲਾ ਜਾਪਦਾ। ਤਾਂ ਇਹ ਮੁਸ਼ਕਿਲਾਂ ਨੇ। ਅਸੀਂ ਅੱਗੇ ਮੰਡੀ ਦੇ ਵਿੱਚ ਜਾ ਕੇ ਤੁਹਾਨੂੰ ਹਿਲਾਵਾਂਗੇ, ਕਿੰਨਾ ਕੁ ਦਿਖਾਵਾਂਗੇ ਕਿੰਨਾ ਕੁ ਨੁਕਸਾਨ ਜਿਹੜਾ ਹੈਗਾ, ਕਿਸ ਤਰ੍ਹਾਂ ਕਈ ਜਿਹੜੀ ਕਿ ਟਨ ਕਣਕ ਆ ਉਹ ਭਿੱਜ ਚੁੱਕੀ ਆ। ਤਾਂ ਇਹ ਨੁਕਸਾਨ ਜਿਹੜੀ ਭਰਪਾਈ ਕਿਸ ਤਰ੍ਹਾਂ ਹੋਏਗੀ, ਕਿਸਾਨਾਂ ਦੇ ਜਿਹੜੇ ਮਾਯੂਸ ਚਿਹਰੇ ਨੇ ਉਹਨਾਂ ਨੂੰ ਕਿਹੜਾ ਆਸਰਾ ਮਿਲੇਗਾ? ਅਸੀਂ ਪਹਿਲਾਂ ਹੀ ਦੇਖਦੇ ਕਿ ਪੰਜਾਬ ਦੇ ਕਿਸਾਨ ਜਿਹੜੇ ਨੇ ਕਈ ਤਰ੍ਹਾਂ ਦੀਆਂ ਜਿਹੜੇ ਆਰਥਿਕ ਸੰਕਟ ਦੇ ਵਿੱਚ ਜੂਝ ਰਹੇ ਨੇ। ਬਹੁਤ ਵਾਰ ਸਰਕਾਰ ਨੇ ਲਾਰੇ ਲਾ ਕੇ, ਕਦੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦਾ ਲਾਰਾ ਹੈਗਾ, ਕਦੇ ਫਸਲਾਂ ਦੇ ਜਿਹੜੇ ਮੁੱਲ ਵਧਾਉਣ ਦਾ ਲਾਰਾ ਹੈਗਾ, ਕਦੇ ਜਿਹੜਾ ਕਿ ਕਿਸਾਨਾਂ ਦੇ ਜਿਹੜੇ ਕਰਜ਼ੇ ਸੀ ਉਹ ਪੂਰੇ ਦੇ ਪੂਰੇ ਮਾਫ ਕਰਨ ਦਾ ਲਾਰਾ। ਪਰ ਉਹ ਸਾਰੇ ਦੇ ਸਾਰੇ ਜਿਹੜੇ ਲਾਰੇ ਸੀ ਉਹ ਬਿਲਕੁਲ ਲਾਰੇ ਹੀ ਰਹਿ ਗਏ। ਤਾਂ ਇਹ ਕਿਸਾਨ ਦੀ ਜਿਹੜੀ ਬਾਂਹ ਕੌਣ ਫੜੇਗਾ? ਇਹ ਉੱਤੋਂ ਮੌਸਮ ਦੀ ਮਾਰ ਪੈ ਰਹੀ ਹੈ, ਸਰਕਾਰਾਂ ਦੀ ਮਾਰ ਪੈ ਰਹੀ ਹੈ, ਕਰੋਨਾ ਦੀ ਵੀ ਮਾਰ ਪੈ ਰਹੀ ਹੈ।